ਸੁੰਦਰ ਰਚਨਾਵਾਂ ਵਾਰਾਂ ਦੇ ਰੂਪ ਅੰਦਰ ਬਖਸ਼ਿਸ਼ ਕੀਤੀਆਂ ਨੇ। ਉਹਨਾਂ ਦੀ ਚੱਲਦੀ ਹੋਈ ਲੜੀਵਾਰ ਵਿਚਾਰ ਭਾਈ ਗੁਰਦਾਸ ਸਾਹਿਬ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੇ ਸੰਸਾਰ ਨੂੰ ਬਣਾਇਆ ਤੇ ਉਸ ਦੀ ਵਿਚਾਰ ਦਿੰਦਿਆਂ ਹੋਇਆਂ ਪਰਮਾਤਮਾ ਦੀ ਰਚਨਾ ਹੈ। ਔਰ ਉਹਦੀ ਗੱਲ ਕਰਦਿਆਂ ਮਹਾਰਾਜ ਜੀ ਦੇ ਭਾਈ ਸਾਹਿਬ ਕਹਿੰਦੇ ਪੰਚ ਤਤ ਪਰਵਾਨ ਕਰ। ਹੇ ਪਰਿਪੂਰਨ ਪਰਮਾਤਮਾ, ਆਪ ਜੀ ਨੇ ਪੰਜਾਂ ਤੱਤਾਂ ਨੂੰ ਪ੍ਰਵਾਨ ਕੀਤਾ ਹੈ, ਉਹਨਾਂ ਨੂੰ ਪ੍ਰਮਾਣਿਕ ਕੀਤਾ ਹੈ ਤੇ ਖਾਣੀ ਚਾਰੇ ਜਗਤ ਉਪਾਇਆ। ਪਹਿਲੇ ਪੰਜ ਤੱਤ ਉਪਜਾ ਕੇ ਉਹਨਾਂ ਨੂੰ ਪ੍ਰਵਾਨ ਕਰ ਲਿਆ। ਜਦੋਂ ਪ੍ਰਵਾਨ ਹੋ ਗਏ ਨੇ ਫਿਰ ਚਾਰ ਖਾਣੀਆਂ ਦੀ ਰਚਨਾ ਕੀਤੀ। ਪੰਜਾਂ ਤੱਤਾਂ ਤੋਂ ਬਾਅਦ ਚਾਰ ਖਾਣੀਆਂ ਰਚ ਕੇ ਫਿਰ ਚਾਰ ਖਾਣੀਆਂ ਅੰਡਜ ਜੀਰਜ ਸਿਤਜ ਉਤਪੁਜਾ। ਇਹਨਾਂ ਚਾਰਾਂ ਦੇ ਦੁਆਰਾ ਪਰਿਪੂਰਨ ਪਰਮਾਤਮਾ ਨੇ ਜਗਤ ਨੂੰ ਪੈਦਾ ਕੀਤਾ। ਜਗਤ ਦੀ ਰਚਨਾ ਕਰਦਿਆਂ ਜਗਤ ਦੀ ਪੌਦੈਸ਼ ਹੋਈ ਹੈ ਇਹ ਚਾਰ ਖਾਣੀਆਂ ਦੇ ਦੁਆਰਾ। ਤੇ 1,84 ਜੂਨ ਵਿੱਚ ਇਹ ਚਾਰ ਖਾਣੀਆਂ ਦੇ ਦੁਆਰਾ ਜਨਮੇ ਹੋਏ ਜੀਵ ਜਿਹੜੇ ਨੇ 84 ਲੱਖ ਜੂਨੀਆਂ ਦੇ ਵਿੱਚ ਭਰਮਣ ਕਰਦੇ ਨੇ। ਆਵਾ ਗਵਨ ਚਲਤ ਵਰਤਾਇਆ। ਮਹਾਰਾਜ ਕੋਈ ਜਨਮ ਲੈ ਕੇ ਆ ਜਾਂਦਾ ਹੈ, ਕੋਈ ਜੀਵਨ ਭੋਗ ਕੇ ਸੰਸਾਰ ਤੋਂ ਚਲਾ ਜਾਂਦਾ ਹੈ। ਮਹਾਰਾਜ ਇਹ ਕੌਤਕ ਤੁਸਾਂ ਨੇ ਵਰਤਾਇਆ ਹੋਇਆ ਹੈ। ਇੱਕ ਸੰਸਾਰ ਤੇ ਆ ਰਿਹਾ ਹੈ, ਇੱਕ ਸੰਸਾਰ ਤੋਂ ਜੀਵਨ ਭੋਗ ਕਰਕੇ ਪ੍ਰਲਬਧੀ ਨੂੰ ਮੁਕਾ ਕਰਕੇ ਸੰਸਾਰ ਤੋਂ ਤੁਰਿਆ ਜਾ ਰਿਹਾ ਹੈ। 21 ਜੂਨ ਵਿੱਚ ਜੀਵ ਜੰਤ ਅਨਗੰਤ ਵਧਾਇਆ। ਇਹ ਮੇਰੇ ਵਾਹਿਗੁਰੂ 84 ਲੱਖ ਜੂਨੀਆਂ ਨੇ। ਇੱਕ ਇੱਕ ਜੋਨੀ ਦੇ ਅੰਦਰ ਮਹਾਰਾਜ ਦਿਆਲੂ ਕਿਰਪਾਲੂ ਸਤਿਗੁਰੂ ਜੀ ਅਣਗਿਣਤ ਗਿਣਤੀ ਤੋਂ ਰਹਿਤ। ਇੱਕ ਇੱਕ ਜੂਨ ਦੇ ਅੰਦਰ ਕਿੰਨੇ ਕੁ ਜੀਵ ਜੰਤੂ ਵਧਾਏ ਗਏ ਨੇ, ਕਿੰਨਾ ਕੁ ਉਹਨਾਂ ਦਾ ਵਾਧਾ ਹੈ। 84 ਲੱਖ ਜੂਨੀਆਂ ਦੀ ਗਿਣਤੀ ਹੈ। ਇੱਕ ਇੱਕ ਜੋਨੀ ਵਿੱਚ ਕਿੰਨੇ ਕਿੰਨੇ ਜੀਵ ਨੇ, ਕਿੰਨੇ ਪ੍ਰਕਾਰ ਦੇ ਨੇ, ਕਿੰਨੇ ਪਸ਼ੂ ਨੇ, ਕਿੰਨੇ ਪੰਛੀ ਨੇ ਔਰ ਕਿੰਨੇ ਕੀੜੇ ਮਕੌੜੇ ਨੇ, ਕਿੰਨੀ ਬਨਸਪਤੀ ਹੈ, ਕਿੰਨੇ ਮਨੁੱਖ ਨੇ, ਕਿੰਨੇ ਦੇਵ ਨੇ, ਕਿੰਨੇ ਦੈਂਤ ਨੇ, ਕਿਸੇ ਨੂੰ ਪਤਾ ਨਹੀਂ ਔਰ ਕੋਈ ਗਿਣਤੀ ਨਹੀਂ ਕਰ ਸਕਿਆ। ਉਹ ਅਣਗਿਣਤ ਹੀ ਮਹਾਰਾਜ ਤੁਸਾਂ ਨੇ ਵਰਤਾਰਾ ਜਿਹੜਾ ਨਾ ਵਰਤਾ ਦਿੱਤਾ ਹੈ, ਉਹ ਵਾਧਾ ਵੱਧ ਗਿਆ ਹੈ। ਲੇਖੈ ਅੰਦਰ ਸਭ ਕੋ। ਭਾਈ ਗੁਰਦਾਸ ਸਾਹਿਬ ਕਹਿੰਦੇ ਮਹਾਰਾਜ ਸੰਸਾਰ ਦੇ ਜੀਵਾਂ ਨੂੰ ਉਹਨਾਂ ਜੂਨੀਆਂ ਦੇ ਇੱਕ ਜੂਨੀ ਦੇ ਵੀ ਜੀਵਾਂ ਦੇ ਨਾਮ ਦਾ ਪਤਾ ਨਹੀਂ। ਇੱਕ ਜੂਨੀ ਦੇ ਜੀਵ ਜੰਤੂਆਂ ਦੀ ਗਿਣਤੀ ਦਾ ਪਤਾ ਨਹੀਂ। ਭਾਈ ਇੱਕ ਜੂਨੀ ਦੇ ਅੰਦਰ ਔਰ ਕਿੰਨੇ ਕੁ ਜੀਵ ਨੇ ਕੋਈ ਪਤਾ ਨਹੀਂ, ਕੋਈ ਇਲਮ ਨਹੀਂ। ਮੇਰੇ ਵਾਹਿਗੁਰੂ ਤੈਨੂੰ ਸਾਰਾ ਹੀ ਇਲਮ ਹੈ, ਤੈਨੂੰ ਸਾਰੀ ਜਾਣਕਾਰੀ ਹੈ, ਤੂੰ ਜਾਣਦਾ ਹੈ ਕਿਉਂਕਿ ਤੂੰ ਪੈਦਾ ਕਰਨ ਵਾਲਾ ਹੈ। ਇੱਕ ਜੂਨੀ ਵਿੱਚ ਕਿੰਨੇ ਕਿੰਨੇ ਜੀਵ ਨੇ ਮੇਰੇ ਵਾਹਿਗੁਰੂ ਜੀ। ਉਹ ਜਿੰਨੇ ਜੀਵ ਇਹਨਾਂ ਲੇਖੇ ਅੰਦਰ ਸਭ ਕੋ, ਸਾਰੇ ਦੇ ਸਾਰੇ ਲੇਖੇ ਵਿੱਚ ਨੇ, ਤੇਰੀ ਲਿਖਤ ਵਿੱਚ ਨੇ, ਤੈਨੂੰ ਪਤਾ ਔਰ ਤੂੰ ਭੇਜੇ ਨੇ, ਤੇਰੇ ਕੋਲ ਉਹਨਾਂ ਦੀ ਜਾਣਕਾਰੀ ਹੈ। ਕਿੰਨੇ ਬੰਦੇ ਚਲੇ ਗਏ ਨੇ, ਕਿੰਨੇ ਪਸ਼ੂ ਚਲੇ ਗਏ ਨੇ, ਕਿੰਨੇ ਪੰਛੀ ਚਲੇ ਗਏ ਨੇ, ਕਿੰਨੇ ਕੀੜੇ ਮਕੌੜਿਆਂ ਦੀ ਜੋਨੀ ਵਿੱਚ ਚਲੇ ਗਏ ਨੇ। ਮਹਾਰਾਜ ਤੈਨੂੰ ਪਤਾ, ਸਾਰਿਆਂ ਦੀ ਲਿਖਤ ਤੇਰੇ ਕੋਲ ਹੈ, ਤੂੰ ਭੇਜਣ ਵਾਲਾ ਹੈ, ਤੈਨੂੰ ਯਾਦ ਹੈ ਕਦ ਭੇਜਿਆ।
ਔਰ ਕਦ ਉਹ ਤੁਰਿਆ, ਕਿੰਨਾ ਉਹਨੇ ਸਫ਼ਰ ਕੀਤਾ, ਕਿੰਨਾ ਸਫ਼ਰ ਕਰੇਗਾ, ਕਦ ਉਹਦਾ ਸਫ਼ਰ ਮੁੱਕ ਜਾਣਾ ਹੈ, ਇਹ ਤੈਨੂੰ ਪਤਾ ਹੈ। ਸਾਰਾ ਕੁਝ ਲੇਖੇ ਦੇ ਵਿੱਚ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਇੱਥੇ ਸੰਸਾਰ ਅੰਦਰ ਲੇਖੇ ਦੇ ਵਿੱਚ ਸਭ ਕੁਝ ਆ, ਲੇਖੇ ਤੋਂ ਬਗੈਰ ਕੁਝ ਨਹੀਂ। ਲੇਖੇ ਬੋਲਣ ਬੋਲਣਾ, ਲੇਖੇ ਖਾਣਾ ਖਾਓ, ਲੇਖੇ ਸਾਹ ਲਵਾਈਏ, ਪੜ੍ਹ ਕੇ ਪੁੱਛਣ ਜਾਓ, ਬਾਬਾ ਮਾਇਆ ਰਚਨਾ ਧੋ, ਅੰਧੇ ਨਾਮ ਵਸਾਰਿਆ, ਨਾ ਤਿਸ ਇਹ ਨਾ ਉਹ, ਸਭ ਕੋਈ ਲੇਖੇ ਵਿੱਚ ਹੈ। ਮਹਾਰਾਜ ਕਹਿੰਦੇ ਇੱਕ ਜਿਹੜਾ ਹੈ ਨਾ ਪਰਮਾਤਮਾ ਅਲੇਖ ਹੈ, ਉਹ ਬਾਹਰ। ਔਰ ਮਹਾਰਾਜ ਕਹਿੰਦੇ ਇੱਕ ਗੱਲ ਜਿਹੜੀ ਆ ਨਾ ਉਹ ਲੇਖੇ ਵਿੱਚ, ਇੱਕ ਗੱਲ ਹੋਰ ਹੋਵੇਂ ਝਖਣਾ ਝਾਖ। ਇੱਕ ਗੱਲ ਤੇਰੇ ਪੱਲੇ ਪੈ ਜਾਵੇ ਜ਼ਿੰਦਗੀ ਦੇ ਵਿੱਚ, ਉਹ ਹੈ ਮਾਲਕ ਦਾ ਨਾਮ। ਵਾਹਿਗੁਰੂ ਲੇਖੇ ਅੰਦਰ ਸਭ ਕੋ, ਸਾਰੇ ਲੇਖੇ ਵਿੱਚ ਨੇ, ਲੇਖਾ ਕਿਸੇ ਦੇ ਸਿਰ ਤੋਂ ਟਲਿਆ ਨਹੀਂ। ਤੇ ਮਹਾਰਾਜ ਫਰੀਦ ਸਾਹਿਬ ਕਹਿੰਦੇ ਨੇ ਲੇਖਾ ਦੇਣਾ ਸੁਹੇਲਾ, ਜੋ ਦਿਲ ਸੋਚੀ ਹੋਏ, ਉਹ ਸਾਚੇ ਦੀ ਬਾਨ ਮੈਂ ਪੱਲਾ ਨਾ ਪਕੜੇ ਕੋਏ। ਮਹਾਰਾਜ ਕਬੀਰ ਸਾਹਿਬ ਨੇ ਕਿਹਾ ਬਈ ਲੇਖਾ ਤਾਂ ਦਿੱਤਾ ਜਾਣਾ ਸੁਹਾਵਣਾ ਹੋਣਾ ਤੇ ਸੌਖਾ ਹੋਣਾ ਜੇ ਦਿਲ ਪਵਿੱਤਰ ਹੋਇਆ, ਜੇ ਹਿਰਦਾ ਪਾਵਨ ਹੋਇਆ, ਨਹੀਂ ਤੇ ਲੇਖਾ ਦੇਣਾ ਬੜਾ ਔਖਾ ਹੈ। ਲੇਖਾ ਕਦੇ ਨਾ ਛੁੱਟੀਏ। ਮਹਾਰਾਜ ਕਹਿੰਦੇ ਖਿਨ ਖਿਨ ਭੂਲਣ ਹਾਰ, ਲੇਖੇ ਦੇ ਨਾਲ ਨਹੀਂ ਛੁੱਟਿਆ ਜਾ ਸਕਦਾ। ਮਹਾਰਾਜ ਵੀ ਕਹਿੰਦੇ ਬਈ ਲੇਖਾ ਲਿਖਿਆ ਹੈ, ਲਿਖਤ ਵਿੱਚ ਅਸੀਂ ਭੇਜੇ ਗਏ, ਤੇ ਜੋ ਕੁਝ ਕਰਦੇ ਇਹ ਵੀ ਲੇਖੇ ਵਿੱਚ, ਇਹ ਲਿਖਤ ਤਿਆਰ ਹੁੰਦੀ ਹੈ। ਤੇ ਜਿੱਦਣ ਜਾਣਾ ਹੈ ਨਾ, ਜੋ ਕੁਝ ਅਸੀਂ ਇੱਥੇ ਕੀਤਾ ਹੈ ਚੰਗਾ ਜਾਂ ਮਾੜਾ ਸੰਸਾਰ ਵਿੱਚ, ਇਹ ਲਿਖਤ ਸਾਡੇ ਨਾਲ ਜਾਣੀ ਹੈ, ਫਿਰ ਉੱਥੇ ਲੇਖਾ ਹੋਣਾ ਹੈ। ਔਰ ਦਰਗਾਹ ਦੇ ਅੰਦਰ ਉੱਥੇ ਜਦੋਂ ਲੇਖਾ ਹੁੰਦਾ ਹੈ ਨਾ, ਫਿਰ ਮਾਰ ਮੋਹੇ ਮੋਹ ਖਾਏ, ਉੱਥੇ ਲੇਖਾ ਹੁੰਦਾ। ਖੈਰ ਸੰਖੇਪ ਚ ਅਰਜ਼ ਕਰਾਂ, ਮਹਾਰਾਜ ਕਹਿੰਦੇ ਲੇਖੇ ਅੰਦਰ ਸਭ ਕੋ, ਸਭਨਾ ਮਸਤਕ ਲੇਖ ਲਿਖਾਇਆ। ਉਹ ਤਾਂ ਲੇਖੇ ਵਿੱਚ ਨੇ, ਉਹ ਸਾਰਿਆਂ ਦੇ ਮਸਤਕ ਦੇ ਉੱਪਰ ਲੇਖਾ ਲਿਖ ਦਿੱਤਾ, ਲਿਖਤ ਤਿਆਰ ਕਰ ਦਿੱਤੀ। ਮਸਤਕ ਦੀਆਂ ਰੇਖਾਵਾਂ ਅੰਦਰ ਉਹਨਾਂ ਦੇ ਕਰਮਾਂ ਵਿੱਚ। ਔਰ ਮਹਾਰਾਜ ਸੱਚੇ ਪਾਤਸ਼ਾਹ ਤੂੰ ਸੰਸਾਰ ਦੇ ਵਿੱਚ ਆਉਣ ਤੋਂ ਪਹਿਲਾਂ ਇਹਨਾਂ ਦੀ ਲਿਖਤ ਤਿਆਰ ਕੀਤੀ। ਉਹ ਕਿਹੜੀ ਆ? ਮਰਨ ਲਖਾਏ ਮੰਡਲ ਮਹਿ ਆਏ। ਉਹ ਲਿਖਤ ਤਿਆਰ ਹੋ ਗਈ। ਬਾਕੀ ਰਜਿਸਟਰ ਜਿਹੜਾ ਹੈ ਨਾ ਨਾਲ ਭੇਜ ਦਿੱਤਾ। ਕੀ ਕਰਦਾ? ਕਹਿਣਾ ਕੁਝ ਨਹੀਂ ਕਰਦਾ, ਕੀ ਲਿਖੀ ਚੱਲੋ। ਹਿਸਾਬ ਕਿਤਾਬ ਅਖੀਰ ਤੇ ਹੋਵੇਗਾ। ਇਹਨੇ ਕੀ ਕੀਤਾ? ਔਰ ਕਹਿੰਦੇ ਇਹਨਾਂ ਨੇ ਮਸਤਕ ਤੇ ਲੇਖ ਲਿਖਾਇਆ ਤੇ ਲੇਖੈ ਸਾਸ ਗਿਰਾਸ ਦੇ। ਜਿਹੜੇ ਸਵਾਸ ਹੈ ਨਾ ਉਹ ਵੀ ਲੇਖੇ ਵਿੱਚ ਨੇ, ਲਿਖਤ ਵਿੱਚ ਨੇ, ਪਰਮਾਤਮਾ ਕੋਲ ਨੋਟ ਨੇ। ਐਨੇ ਸਵਾਸ ਇਹਨੂੰ ਬਖਸ਼ੇ ਗਏ ਨੇ ਪਰਮਾਤਮਾ ਕੋਲ। ਇਹ ਗੱਲ ਨੋਟ ਹੈ, ਐਨੇ ਦਿਨ ਇਹਨੂੰ ਬਖਸ਼ੇ ਗਏ ਨੇ। ਤੇ ਮਹਾਰਾਜ ਬਾਣੀ ਅੰਦਰ ਵੀ ਇਹ ਬਚਨ ਕਰਦੇ, ngਨ ਕਾਲੇ ਦਿਵਸ ਸਾਸ ਨੈ ਵੱਢਣ ਘਟਨ ਤਿਲ ਸਾਰ। ਮਹਾਰਾਜ ਕਹਿੰਦੇ ਪਰਮਾਤਮਾ ਨੇ ngਨ ਗਿਣ ਕੇ ਘਾਲੇ ਪਾਏ ਤੇਰੀ ਬਾਡੀ ਵਿੱਚ, ਸਵਾਸ ਵੀ ਤੇ ਤੈਨੂੰ ਸਮਾਂ ਦਿਨ ਵੀ ਗਿਣ ਕੇ ਦਿੱਤੇ ਗਏ। ਜਿੱਦਣ ਉਹ ਸਜਣਾ ਸਵਾਸਾਂ ਦੀ ਗਿਣਤੀ ਪੂਰੀ ਹੋ ਗਈ, ਸਮੇਂ ਦੀ ਗਿਣਤੀ ਪੂਰੀ ਹੋ ਗਈ, ਸਾਰਾ ਸੰਸਾਰ, ਸਾਰੇ ਸੰਸਾਰ ਦੇ ਵੈਦ ਹਕੀਮ ਡਾਕਟਰ ਤੇਰੇ ਉਦਾਲੇ ਖੜੇ ਹੋਣ, ਸਾਰੇ ਸੰਸਾਰ ਦੀਆਂ ਦਵਾਈਆਂ ਲੈ ਕੇ ਖਲੇ ਹੋਣ, ਉਹ ਤੈਨੂੰ ਬਚਾ ਨਹੀਂ ਸਕਦੇ। ਜੇ ਬਚਾ ਸਕਦੇ ਹੁੰਦੇ ਨਾ, ਕੋਈ ਵੈਦ ਮਰੇ ਹੀ ਨਾ, ਕੋਈ ਕਾਬਲ ਡਾਕਟਰ ਮਰੇ ਹੀ ਨਾ, ਕਿਉਂਕਿ ਉਹ ਬਹੁਤ ਕੁਝ ਜਾਣਦਾ। ਆਪਾਂ ਕਹਿੰਦੇ ਫਲਾਣੇ ਡਾਕਟਰ ਨੇ ਮਰਦਾ ਬਚਾ ਲਿਆ, ਨਹੀਂ, ਉਹਨੇ ਉਪਚਾਰ ਕੀਤਾ, ਇਲਾਜ ਕੀਤਾ ਜੋ ਉਹਦੇ ਵੱਸ ਸੀ।
ਜਿੰਦ ਪਰਮਾਤਮਾ ਨੇ ਦਿੱਤੀ ਹੋਈ ਹੈ, ਜਾਨ ਪਰਮਾਤਮਾ ਨੇ ਦਿੱਤੀ ਹੋਈ। ਜੇ ਉਹ ਹੀ ਬਚਾ ਦੇਵੇ, ਮੁਰਦੇ ਨੂੰ ਉਠਾ ਦੇਵੇ, ਮਰਦੇ ਨੂੰ ਬਚਾ ਸਕਦਾ ਹੋਵੇ, ਤੇ ਫਿਰ ਉਹ ਡਾਕਟਰ ਦੀ ਮ੍ਰਿਤੂ ਕਿਉਂ ਹੋਵੇ? ਇੱਕ ਦਿਨ ਉਸ ਡਾਕਟਰ ਨੂੰ ਜਾਣਾ ਪੈਂਦਾ ਦੁਨੀਆ ਤੋਂ। ਹਾਂ, ਉਹਨੇ ਚੰਗੇ ਕਰਮ ਕੀਤੇ, ਆਪਣਾ ਫਰਜ਼ ਅੱਛਾ ਨਿਭਾਇਆ, ਲੋਕਾਂ ਦਾ ਉਪਚਾਰ ਕੀਤਾ, ਭਲਾ ਕੀਤਾ, ਔਰ ਚੰਗੀ ਦਵਾਈ ਦਿੱਤੀ, ਚੰਗੀ ਕੇਅਰ ਕੀਤੀ, ਚੰਗੇ ਤਰੀਕੇ ਨਾਲ ਉਹਨਾਂ ਨਾਲ ਪੇਸ਼ ਆਇਆ। ਇਹ ਅੱਛਾਈ ਨੂੰ ਲੋਕ ਚੇਤੇ ਕਰਕੇ ਨੇਤਰ ਸੇਜਲ ਹੋ ਜਾਂਦੇ ਆ। ਮਹਾਰਾਜ ਕਹਿੰਦੇ ਬਈ ਸਾਰੇ ਸਾਡੇ ਸਾਸ ਜਿਹੜੇ ਆ ਨਾ, ਇਹ ਲੇਖੇ ਵਿੱਚ ਅਸੀਂ ਤਾਂ ਕਦੇ ਗਿਣਤੀ ਨਹੀਂ ਕੀਤੀ, ਨਾ ਆਪਣੇ ਤੋਂ ਇਹਨਾਂ ਦੀ ਗਿਣਤੀ ਹੋਵੇ, ਕਿੰਨੇ ਲੈ ਲਏ ਕਿੰਨੇ ਬਾਕੀ, ਇਹ ਪਰਮਾਤਮਾ ਨੂੰ ਪਤਾ। ਉਹਨੇ ਉੱਪਰ ਨੋਟ ਕੀਤੇ ਕੁੱਲ ਕਿੰਨੇ ਦਿੱਤੇ, ਤੇ ਰੋਜ਼ ਉਹਦੇ ਚੋਂ ਘਟਾਓ ਹੋ ਰਹੀ ਹੈ, ਹਰ ਸਕਿੰਟ ਵਿੱਚ ਘਟਦੇ ਜਾ ਰਹੇ ਨੇ, ਗਿਣਤੀ ਹੋ ਰਹੀ ਹੈ ਉਹਨਾਂ ਦੀ, ਇੰਨੇ ਘਟ ਗਏ ਬਾਕੀ ਇੰਨੇ, ਇੰਨੇ ਘਟ ਗਏ ਬਾਕੀ ਇੰਨੇ। ਤੇ ਇੱਕ ਦਿਨ ਇੱਕ ਪਿੱਛੇ ਰਹਿ ਜਾਂਦਾ, ਬਸ ਉਦੋਂ ਮਨੁੱਖ ਖੀਰਲੀ ਸੇਜਾ ਤੇ ਹੁੰਦਾ ਹੈ। ਮਹਾਰਾਜ ਕਹਿੰਦੇ ਉਹ ਵੀ ਗਿਣ ਕੇ ਦਿੱਤੇ ਹੋਏ। ਗਿਰਾਸ ਮਹਿਣਾ ਹੁੰਦਾ ਹੈ ਅੰਦਰ ਨੂੰ ਸਾਸ ਖਿੱਚਣਾ, ਤੇ ਉਹ ਵੀ ਤਾਂ ਖਿੱਚਿਆ ਜਾਣਾ ਜੇ ਪਰਮਾਤਮਾ ਨੇ ਕਿਰਪਾ ਕੀਤੀ। ਉਹਦੀ ਵੀ ਗਿਣਤੀ ਕਿੰਨੀ ਵੇਰ ਸਾਹ ਅੰਦਰ ਨੂੰ ਗਿਆ, ਤੇ ਸਾਸ ਮੈਨੇ ਹੁੰਦਾ ਹੈ ਬਾਹਰ ਨੂੰ ਆਉਣਾ, ਗਿਰਾਸ ਅੰਦਰ ਨੂੰ ਖਿੱਚਣਾ। ਕਈ ਵੇਰ ਮਨੁੱਖ ਦਾ ਸਾਹ ਬਾਹਰ ਆਇਆ, ਬਾਹਰ ਰਹਿ ਜਾਂਦਾ ਹੈ, ਖਤਮ ਹੋ ਜਾਂਦਾ ਹੈ। ਕਈ ਵੇਰ ਅੰਦਰ ਨੂੰ ਸਾਹ ਖਿੱਚਿਆ, ਬਾਹਰ ਨਹੀਂ ਆਉਂਦਾ। ਉਹ ਕਹਿੰਦੇ ਬੜਾ ਯਤਨ ਕੀਤਾ, ਸਵਾਸ ਹੀ ਨਹੀਂ ਆਇਆ, ਸਾਹ ਹੀ ਨਹੀਂ ਆਇਆ। ਬਈ ਸਵਾਸ ਅੰਦਰਲੀ ਹਵਾ ਬਾਹਰ ਹੀ ਨਹੀਂ ਆਈ, ਉਹ ਅੰਦਰੇ ਰਹਿ ਗਈ, ਮੁੱਕ ਗਈ, ਖਰਚਾ ਹੋ ਗਿਆ, ਉਹ ਨਹੀਂ ਬਾਹਰ ਆ ਸਕੀ। ਉਹ ਅਖੀਰਲਾ ਸੀ ਗਿਣਤੀ ਦੇ ਮੁਤਲਕ। ਮਹਾਰਾਜ ਕਹਿੰਦੇ ਉਹ ਗਿਣਤੀ ਕੀਤੀ, ਐ ਮਨੁੱਸ਼ ਤੂੰ ਧਿਆਨ ਦੇ, ਇਹ ਰੋਜ਼ ਤੇਰਾ ਖਰਚਾ ਹੋ ਰਿਹਾ ਹੈ, ਦਿਨਾਂ ਦਾ, ਸਮੇਂ ਦਾ, ਸਵਾਸਾਂ ਦਾ, ਇਹਦੇ ਵੱਲੇ ਧਿਆਨ ਦੇ। ਇਹਦੇ ਨਾਲ ਕੁਝ ਖੱਟ ਕਮਾ ਲੈ। ਅਸੀਂ ਬਹੁਤ ਕੁਝ ਖੱਟਿਆ ਕਮਾਇਆ ਸੰਸਾਰ ਵਿੱਚ, ਬਹੁਤ ਕੁਝ ਬਣਾਇਆ, ਬਹੁਤ ਧਨ ਜੋੜਿਆ, ਬਹੁਤ ਬੈਂਕ ਬੈਲੈਂਸ ਕਰ ਲਿਆ, ਬਹੁਤ ਵਹੀਕਲ ਬਣਾ ਰਹੇ, ਘਰ ਬਣਾ ਲਏ, ਪਰ ਕਦੇ ਆਪਣੇ ਮਨ ਦੇ ਮੁਨਸਬ ਹੋ ਕੇ, ਨਿਆਂਕਾਰੀ ਹੋ ਕੇ ਦੇਖਣਾ ਬਈ ਇਹ ਚੀਜ਼ਾਂ ਸਾਡੇ ਨਾਲ ਟੁਰਨ ਵਾਲੀਆਂ ਹੈ। ਇਹਦਾ ਮਤਲਬ ਇਹ ਨਹੀਂ ਕਿ ਬਾਹਰਲਾ ਅਸੀਂ ਬਣਾਉਣਾ ਨਹੀਂ, ਕਰਨਾ ਨਹੀਂ, ਹੱਥ 'ਤੇ ਹੱਥ ਰੱਖ ਕੇ ਬਹਿ ਰਹਿਣਾ ਹੈ। ਜਿੱਥੇ ਇਹ ਕੁਝ ਕਰਦੇ, ਕੁਝ ਆਪਣੇ ਲਈ ਵੀ ਤਾਂ ਕਰੀਏ। ਆਪਣੇ ਲਈ ਅਸੀਂ ਕੁਝ ਨਹੀਂ ਕਰਦੇ, ਆਪਣੇ ਲਈ ਇਹ ਕਰੀਏ ਭਲੇ ਕਰਮ ਔਰ ਬਾਣੀ, ਨਾਮ ਜਪੀਏ, ਜਿਹੜਾ ਸਾਡੇ ਨਾਲ ਜਾਣਾ ਹੈ। ਮਹਾਰਾਜ ਕਹਿੰਦੇ ਨੇ ਤੇਰਾ ਮਾਂ ਬਾਪ ਧਨ ਦੌਲਤ ਕੁਝ ਵੀ ਤੇਰੇ ਨਾਲ ਨਹੀਂ ਜਾਣਾ। ਜਹ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਊਹਾ ਨਾਮ ਤੇਰੇ ਸੰਗ ਸਹਾਈ। ਉਥੇ ਨਾਮ ਨਾਲ ਚੱਲਣਾ। ਜੇ ਮੁਸ਼ਕਲ ਹੋਵੇ ਅਤ ਭਾਰੀ, ਹਰ ਕੋ ਨਾਮ ਖਿਨ ਮਹਿ ਉਧਾਰੀ। ਨਾਮ ਬਚਾਵੇਗਾ। ਨਾਮ ਨੇ ਜੂਨੀਆਂ ਤੋਂ ਬਚਾਉਣਾ ਹੈ, ਨਾਮ ਨੇ ਨਰਕਾਂ ਤੋਂ ਬਚਾਉਣਾ ਹੈ, ਨਾਮ ਨੇ ਆਵਾਗਮਨ ਤੋਂ ਬਚਾਉਣਾ ਹੈ, ਤੇ ਨਾਮ ਨੇ ਹੀ ਪ੍ਰਭੂ ਵਿੱਚ ਮਿਲਾਉਣਾ ਹੈ। ਔਰ ਉਹ ਪ੍ਰਭੂ ਵਿੱਚ ਮਿਲਣਾ, ਕੁਝ ਨਾ ਕੁਝ ਯਤਨ ਕਰਿਆ ਕਰੀਏ। ਬਈ ਬਹੁਤਾ ਨਹੀਂ ਤੇ ਥੋੜਾ ਤਾਂ ਜਪਿਆ ਕਰੀਏ ਨਾ, ਆਪਣੇ ਲਈ, ਆਪਣੇ ਹਿਰਦੇ ਲਈ, ਆਪਣੇ ਜੀਵਤਵ ਲਈ, ਆਤਮਾ ਲਈ ਕੁਝ ਅਸੀਂ ਵੀ ਕਮਾਈ ਕਰੀਏ। ਮਹਾਰਾਜ ਮਿਹਰ ਕਰਦੇ, ਲੇਖ ਲਿਖਾਰੀ ਅੰਤ ਨਾ ਪਾਇਆ। ਵੱਡੇ ਵੱਡੇ ਲਿਖਾਰੀ ਹੋ ਗਏ ਸੰਸਾਰ ਅੰਦਰ, ਉਹਨਾਂ ਨੇ ਲੇਖ ਲਿਖ ਲਿਖ ਕੇ ਲਿਖਾਰੀਆਂ ਨੇ ਕੋਈ ਅੰਤ ਨਹੀਂ ਪਾਇਆ। ਪਰਮਾਤਮਾ ਨੂੰ ਬੇਅੰਤ ਹੀ ਦਰਸਾਇਆ। ਪਰਮਾਤਮਾ ਦੀ ਬਣਾਈ ਪ੍ਰਕਿਰਤੀ ਜਿਹੜੀ ਹੈ, ਇਹਦਾ ਵੀ ਉਹਨਾਂ ਲਿਖਾਰੀਆਂ ਪਾਸੋਂ ਲੇਖਾ ਦੋਖਾ ਕਰਦਿਆਂ ਹਿਸਾਬ ਕਿਤਾਬ ਮੁਕੰਮਲ ਰੂਪ 'ਚ ਨਾ ਹੋ ਸਕਿਆ। ਆਪ ਆਲੇਖ ਨਾ ਅਲਖ ਲਖਾਇਆ। ਵੈਗੁਰੂ ਤੂੰ ਲੇਖੇ ਤੋਂ ਬਾਹਰ ਹੈ, ਤੇ ਤੂੰ ਲਖਣੇ ਤੋਂ ਪਰਾਂ। ਤੇ ਵੈਗੁਰੂ ਜੀ ਤੁਸਾਂ ਨੇ ਲਿਖਾਇਆ। ਜਦੋਂ ਤੁਸੀਂ ਪ੍ਰਸੰਨ ਹੋ ਗਏ ਨਾ, ਆਪਣੀ ਬੁੱਧੀ ਦੇ ਬਲ ਨਾਲ, ਆਪਣੀ ਸਿਆਣਪ ਨਾਲ, ਆਪਣੀ ਚਤੁਰਾਈ ਨਾਲ ਮਨੁੱਖ ਤੁਹਾਡਾ ਦੀਦਾਰ ਕਰਨਾ ਚਾਹੁੰਦਾ ਹੈ, ਪਰ ਨਹੀਂ ਕਰ ਸਕਿਆ।
महाराज जदों मनुख तुहानू प्रसन्न कर लैंदा है, तुसी खुश हो गए, वैगुरु निर्गुण स्वरूप तुसा ने उन्हों दीदार दे दिता, बख्शिश कर दिता, दर्शन करवा दिता, अपना दीदार बख्शिया उसनों। भाई गुरदास साहब अगली पौड़ी विच कहंदे, भै विच धरत आगास है, निराधार पै भार तराया। धरती जिहड़ी है ये प्रभु दे डर विच है, क्योंकि हुक्म विच पता है मेरा मालक पता नहीं मेरा की हाल करेगा। और धरती पानी धरती जेड़े भै विच डर विच, उन्होंने महाराज ने कहा डर पै धरत आकाश नक्षत्रा। आकाश आसमान भी डरदा है, तो नक्षत्रा का अर्थ हुंदा है तारा मंडल, जिन्ना ये भी उहदे हुक्म विच, ये भी प्रभु दे भै विच। और आकाश जेड़ा है धरती जेड़ी उहदे भै विच। और महाराज कहंदे निराधार भै भार तराया। आसमान का किन्ना कु वजन होवेगा, किसी ने मापिया तोलिया नहीं, ना किसी लिखारी ने लिखिया। धरती जेड़ी पानी दे विच एक कागज़ की नुमा तैर रही है, पानी दे ऊपर खड़ी, क्योंकि ये आले उदाले पानी है, पानी दे गब्बे धरती है, खुरदी नहीं है। और ये धरती का वजन किन्ना के, किन्ने उपर पहाड़ ने, किन्ने उपर घर ने, किन्ने जीव ने, इन्हां दा वजन किन्ना है, ते फिर धरती का अपना वजन किन्ना है। ये धरती प्रभु दे भै विच निराधार निरासरा, इन्हां कोई आसरा नहीं दिता, कोई थमला नहीं कढ़िया, ना आसमान दे थल्ले ना धरती दे थल्ले। और वो प्रभु दे भै विच, प्रभु दे हुक्म विच खड़ी है। और भै भार तराया, बहुत ज़्यादा वजन है, धरती का भी कोई गिणती मिनती नहीं, आसमान का भी कोई गिणती मिनती नहीं। तो कदे ऐसा होया बई आसमान एक पासे थले डिग पिया, बई भज के आओ दुनिया के लोगों इत्थे थमलियां लाइए इनू तां करिए, इधरों धरती बह गई है इनू उच्ची करिए। नहीं, ऐसा नहीं है। परमात्मा के हुक्म विच पानी उन्हों खोरदा नहीं, और कोई धरती नो मोड़दा नहीं। पौन पानी बैसंतरो, और पवन हवा ते पानी अग्नि, ये भी परमात्मा के भै विच, और ये भी उहदे डर दे अंदर चलदे ने। पवन पानी है भै दे विच। महाराज ने बचन कहे, सतगुरु कहंदे आ भै विच पवन वह सदभाऊ, भै विच चले लख दरियाओ, भै विच अगन कढै वेगार, भै विच धरती दबी भार, भै विच इंद फिरै सिर भार, भै विच राजा धर्म द्वार। सारी पौड़ी दे विच भै ही लिखिया होया। महाराज अखीर ते कहंदे दाता सारे भै विच ने, सगलिया भौ लिखिया सिर लेख। सारियां दे सिर ते जेड़ा लेखा है ना, लिख ते ना सारियां नूं भौ आ, डर आ। सगलिया भौ लिखिया सिर लेख, नानक निरभौ निरंकार सच एक। एक परमात्मा है जिहड़ा निरभौ, जिन्हों डर नहीं। सारी कायनात उहदे डर विच, अग्नि साड़दी नहीं, और पानी किसी नूं डोब नहीं सकदा उहदे हुक्म तो बगैर। और पवन जिहड़ी उड़ा नहीं सकदी, और पवन पानी बैसंतर, बैसंतरो भै विच रखे मेल मलाया। और भै डर दे विच उन्हां नूं रखिया। हुण पानी ते अग दा कोई मेल नहीं, ते पानी जिहड़ा दरख्तां दी जिंद जान है, सारियां दी जिंद जान है। पहला पानी जियो है, जे तां हरिया सब कोई। पानी दे कारण ही हरियावलता है ना, चाहे वह वरखा होवे ते चाहे वह नदी दा आवे, पानी ते ही है ना। पानी पीन नूं ना मिले, रोटी बगैर सर जाएगा, पानी तो बगैर नहीं सरना। महाराज कहंदे आ बई अग ते पानी दा कोई मेल है?
कदाचित नहीं। पानी आ गया तो अग बुझ जाएगी, जे अग वध गई तो पानी थोड़ा होया उन्होंने सुका देवेगी, साड़ देवेगी। दोने दुश्मन, यदा मतलब जिहदा जोर चल गया उन्हें दूजे नूं खत्म कर देना, एक नूं खत्म करेगा। हुण परमात्मा एडा वड्डा दयालु आ, एडा वड्डा शक्तिशाली आ, उन्हें इकट्ठे कर देते। दरखत नूं पानी दे विच खिलारता, पानी दिता, पानी नाल वधदा ते दरखत दे विच सूखम रूप च अग है, लकड़ां दे अंदर अग छुपली आ। और वो पानी जिहड़ा है दरखत दे अंदर दी अग्नि खत्म नहीं कर सकदा। दरखत दे अंदर दी अग्नि जिहड़ी है वो पानी नूं साड़ नहीं सकदी, इकट्ठे कर देते। हुण समुंदर दे उपर जिहड़ियां किश्तियां चलदियां ने, बेड़े वड्डे वड्डे और समुंदरी जहाज चलदे लकड़ दे ही आ ना, ते वो फटियां नूं अग ला दो मच जाणगे ना। अग तो हुण उन्हां दे विच है ना, अपने वाली तीली नाल तां मचदे नहीं, अपने वाली तीली लाउण दे नाल ना उहदे अंदरली अग प्रज्वलित हो जांदी। वो अग हुण अग नूं पानी अपने उपर तारदा पिया, ਉਹਨੂੰ ਸਾੜਦਾ नहीं, ਉਹਨੂੰ डोबदा नहीं, क्योंकि कहते प्रभु दे भै विच, प्रभु दे हुक्म विच, और हुक्म तो बाहर कोई नहीं। उन्हें हुक्म विच रखा, ये सारे हुक्म विच रखे ने, भै दे विच रखिया ते मेल मिलाया, इन्हां सारियां दा मिलाप कीता है। ये पंजे तत्त भी जिहड़ा अपना शरीर बनाया ना, विरोधी ने सारे। हवा दा तत्त है, आसमान दा तत्त है, अग्नि दा तत्त है, पानी दा तत्त है, और जिहड़ा है साडे अंदर आके और जमीन दा तत्त है, धरती दा। इस तरह करके पंजो तत्त विरोधी ने, कोई किसी नाल मिलदा नहीं। परमात्मा ने पंजां तत्तां विरोधियां नूं इकट्ठे करके शरीर बनाए है। कहंदे सारे प्रभु दे डर विच, कदे अपने शरीर च उथल पुथली मचाई, और कहते प्रभु दे भै विच ने, जदों ने चाहा उदों इन्हां खिंड जाना है। जिन्ना चिर उन्हें इकट्ठे रखिया उन्ना चिर इकट्ठे रहणगे, और इकट्ठे बना देते। उहदे हुक्म विच इन्हां नूं मिलाया, पानी अंदर धरत धर। भाई गुरदास साहब कहते पानी है बहुता, और कल भी आपां विचार कीती सी, पानी जिहड़ा है, और ये कह लो 4 गुणा है, धरती 1 गुणा है। पानी दे विचाले धरती रख देती, मिट्टी रख देती। हुण पानी दी इन्नी जुरत नहीं कि मिट्टी नूं खोर दे। जे तजर्बा करना होवे, बाल्टी भर लिया जे पानी दी, ते एक अद्धा रोड़ा कच्ची इट दा जां मिट्टी दा लै लिया जे डला, ते उहदे विच रख दिया जे, फिर वेख्या जे उत्ते तरदी है कि थल्ले डुबदी है, किन्ना कुछ चिर खड़दी है, और मुड़ के हत्थ च आ जाओ 10 मिनटां बाद हो कदे नहीं आउंदी। और वो प्रभु ने आयो डले दी नुमा पानी विच पता नहीं कदों कदी खिलारी आ, ते पानी दी ताकत नहीं इहदा एक जर्रा भी खोर देवे, इहनूं रोड़ देवे, इहनूं हिला देवे, इहनूं अपने विच मिला लवे। पानी डरदा है, हुक्म विच भै विच डरदा है परमात्मा तो। पता नहीं की हो जाएगा, उहदा हुक्म है उन्ना की कुछ करना है जिन्ना कहा। भाई गुरदास साहब कहते ने इस संसार दे अंदर आ करके, और जिहड़ा से पानी जिहड़ा है वो धरती नूं पानी दे विच टकाया है। विण थम्मा आगास रहाया, ते जिहड़ा आकाश दे थल्ले अपनिया जिवें बिल्डिंग दे थल्ले वड्डे 4 थमले कढे ने, ते एक भी इन्हां चों खत्म हो जाए ते सारियां नूं खदशा हो जाएगा, बिल्डिंग डिगेगी। हुण ये तां ना माड़ा कीता, दुहाई मचा देंगे आपां सारे। इंजीनियर भावें कही दे भी बिल्डिंग डिगदी नहीं, 3 अजे हैगे ने, ते दुहाई मचा देंगे, इन्हां दा बेड़ा करके इन्हां ने एक थमला कढ़ता, मारना सो इन्ने परिवारां वालियां नूं। परमात्मा ने कोई थमला नहीं कढ़िया, कोई थमला नहीं कढ़िया। कदों कदा समान खड़ा है, साडे अंदाजे तो भी पहलां दा खड़ा है। किन्ना चिर खड़ेगा पता नहीं, कोई ना चिर खड़ेगा ये भी कोई अंदाजा नहीं। और उहदे थल्ले कोई थमला नहीं लाया, भै दे विच खड़ा है, वो हिल नहीं सकदा जिन्ना चिर प्रभु नहीं कहंदा, मालक नहीं कहंदा। कहंदे वो धरती नूं रखिया, आकाश नूं बिना थमलिया,
ਜਿਹੜਾ ਟਕਾਇਆ ਕਾਠੇ ਅੰਦਰ ਅਗਨ ਧਰ। ਕਾਠ ਲੱਕੜਾਂ ਦੇ ਵਿੱਚ ਅੱਗ ਰੱਖੀ ਹੋਈ। ਸਗਲ ਬਨਸਪਤ ਮੈਂ ਬੈਸੰਤਰ। ਜਿੰਨੀ ਬਨਸਪਤੀ ਹੈ ਨਾ ਅੱਗ ਉਹਦੇ ਵਿੱਚ ਹੀ ਨਾਲ ਹੀ ਹੈ। ਔਰ ਉਹਨੂੰ ਪ੍ਰਗਟ ਕਰਨ ਤੇ ਮਿਹਨਤ ਕਰਨੀ ਪੈਂਦੀ। ਪ੍ਰਗਟ ਕਰਨ ਤੇ ਜਿਸ ਤਰ੍ਹਾਂ ਜੋਤ ਸਾਰਿਆਂ ਦੇ ਵਿੱਚ ਹੈ ਨਾ, ਇਹਨੂੰ ਪ੍ਰਗਟ ਕਰਨ ਦਾ ਤਰੀਕਾ ਸਮਾਂ ਲੱਗੇਗਾ। ਪ੍ਰਗਟ ਕਰਨ ਲਈ ਮਿਹਨਤ ਕਰਨੀ ਪਏਗੀ। ਔਰ ਲੱਕੜ ਵਿੱਚੋਂ ਅੱਗ ਪ੍ਰਗਟ ਕਰਨੀ ਕੁਝ ਮਸ਼ੱਕਤ ਘੱਲਣੀ ਪਵੇਗੀ। ਪਾਣੀ ਸਾਰੀ ਧਰਤੀ ਦੇ ਵਿੱਚ ਪਾਣੀ ਪ੍ਰਗਟ ਕਰਨਾ ਹੈ ਤੇ ਕੁਝ ਮਸ਼ੱਕਤ ਘੱਲਣੀ ਪਏਗੀ। ਬੋਰ ਕਰਨਾ ਪਏਗਾ ਔਰ ਉਹਦੇ 'ਚ ਪਾਈਪਾਂ ਲਟਕਾਉਣੀਆਂ ਪੈਣਗੀਆਂ, ਨਲਕਾ ਲਾਉਣਾ ਪਏਗਾ, ਮੋਟਰ ਵਗਾਉਣੀ ਪਏਗੀ, ਫਿਰ ਪਾਣੀ ਪ੍ਰਗਟ ਹੋਵੇਗਾ। ਐਉਂ ਹੀ ਪਰਮਾਤਮਾ ਨੂੰ, ਬ੍ਰਹਮ ਨੂੰ ਪ੍ਰਗਟ ਕਰਨਾ ਹੈ, ਕੁਝ ਮਸ਼ੱਕਤ ਤਾਂ ਘੱਲਣੀ ਪਵੇਗੀ ਨਾ। ਉਹਨਾਂ ਲੱਕੜਾਂ ਦੇ ਅੰਦਰ, ਬਨਸਪਤੀ ਦੇ ਅੰਦਰ ਜਿਹੜੀ ਹੈ ਜੋਤ ਸਮਾਈ ਹੋਈ ਹੈ। ਔਰ ਮਨੁੱਖ ਦੇ ਅੰਦਰ ਤੇ ਔਰ ਬਨਸਪਤੀ ਵਿੱਚ ਅੱਗ ਸਮਾਈ ਹੋਈ ਹੈ। ਸਗਲ ਬਨਸਪਤ ਮੈਂ ਬੈਸੰਤਰ, ਸਗਲ ਦੂਧ ਮੈਂ ਕੀਆ, ਊਚ ਨੀਚ ਮੈਂ ਜੋਤ ਸਮਾਣੀ, ਘਟ ਘਟ ਮਾਧੋ ਜੀਆ। ਔਰ ਪਰਮਾਤਮਾ ਵਸਿਆ ਹੋਇਆ ਹੈ ਅਗਨ ਕਾਠ ਦੇ ਅੰਦਰ ਸਮਾਈ ਧਰੀ ਹੈ। ਪਰਮਾਤਮਾ ਨੇ ਕਰ ਪ੍ਰਫੁੱਲਤਾ ਸਫਲ ਫਲਾਇਆ। ਔਰ ਅੱਗ ਦੇ ਉੱਪਰ ਕਦੇ ਫੁੱਲ ਨਹੀਂ ਖਿੜਦਾ। ਅੱਗ ਦੇ ਉੱਪਰ ਪੱਤੇ ਹਰੇ ਭਰੇ ਨਹੀਂ ਰਹਿੰਦੇ। ਅੱਗ ਦੇ ਉੱਪਰ ਫਲ ਜਿਹੜੇ ਆ ਹਰਿਆ ਬਲਤਾ ਤੋਂ ਪੱਕਦੇ ਨਹੀਂ। ਕਹਿੰਦੇ ਪਰਮਾਤਮਾ ਦੀ ਐਸੀ ਦਾਤ ਕਿ ਲੱਕੜ ਦੇ ਅੰਦਰ ਦਰਖਤ ਵਿੱਚ ਅੱਗੇ ਉੱਪਰ ਪੱਤੇ ਹਰੇ ਭਰੇ, ਫੁੱਲ ਉੱਪਰ ਖਿੜਦੇ ਪਏ। ਉਹ ਸ਼ਾਮ ਤੇ ਮਹਿਕ ਸੁਗੰਧੀ ਦਿੰਦੇ, ਫਲ ਲੱਗ ਕੇ ਉਹਨੂੰ ਪੱਕਦੇ ਪਏ। ਕਦੇ ਵੀ ਉਹਨਾਂ ਨੂੰ ਸਾੜਿਆ ਨਹੀਂ, ਕਿਉਂਕਿ ਉਹਦੇ ਭੈ ਵਿੱਚ ਆ। ਉਹਨਾਂ ਨੂੰ ਮਹਾਰਾਜ ਤੋਂ ਫਲੀਭੂਤ ਕੀਤਾ ਹੋਇਆ ਹੈ। ਨਵੀਂ ਦੁਆਰੀ ਪਵਨ ਧਰ। ਮਹਾਰਾਜ ਜੀਵ ਦੇ 9 ਦੁਆਰੇ ਆ। ਔਰ ਜਿਹਨੂੰ ਮਹਾਰਾਜ ਗੁਰੂ ਅਮਰਦਾਸ ਸਾਹਿਬ ਕਹਿੰਦੇ 9 ਦੁਆਰੇ ਪ੍ਰਗਟ ਕੀਏ। ਔਰ ਪ੍ਰਗਟ ਨੇ 9 ਤੇ 10ਵਾਂ ਗੁਪਤ ਰਖਾਇਆ। 10ਵਾਂ ਦਰ ਜਿਹੜਾ ਹੈ ਨਾ, ਉਹ 10ਮ ਦੁਆਰ ਗੁਪਤ ਹੈ। ਉਹ ਮਿਹਨਤ ਤੋਂ, ਮਸ਼ੱਕਤ ਤੋਂ ਬਗੈਰ ਉਹਦੇ ਵਿੱਚ ਪ੍ਰਵੇਸ਼ ਨਹੀਂ ਹੋਇਆ ਜਾਂਦਾ। ਔਰ ਕਹਿਣ ਲੱਗੇ ਉਹ 9 ਦੁਆਰੇ ਜਿਹੜੇ ਆ ਨਾ, ਇਹ 9ਾਂ ਦੇ ਵਿੱਚ ਹੀ ਹਵਾ ਵਹਿ ਰਹੀ ਹੈ। ਹਵਾ ਵਹਿ ਰਹੀ ਹੈ ਇਹਨਾਂ 9 ਦੁਆਰਿਆਂ 'ਚ ਹੀ, ਆਪਣੇ ਆਪਣੇ ਰੂਪ ਵਿੱਚ ਵੱਖਰੀ ਵੱਖਰੀ। ਔਰ ਨੱਕ ਵਿੱਚ ਸਾਸ ਆਉਂਦੀ, ਵੱਖਰੀ ਹਵਾ ਹੈ। ਮੁੱਖ ਵਿੱਚ ਉਵਾਸੀ ਆਉਂਦੀ ਹੈ ਔਰ ਛਿੱਕ ਆਉਂਦੀ ਹੈ, ਇਹ ਵੱਖਰੀ ਹਵਾ ਹੈ। ਅੱਖਾਂ ਜਿਹੜੀਆਂ ਝਮਕਦੀਆਂ ਹੈ, ਵੱਖਰੀ ਹਵਾ ਹੈ। ਮੰਦ ਹਵਾ ਜਿਹੜੀ ਹੈ ਔਰ ਸਰਕਦੀ ਹੈ, ਉਹ ਵੱਖਰੀ ਹਵਾ। ਇੱਕ ਸਭ ਤੋਂ ਅਖੀਰ 'ਤੇ ਹਵਾ ਰਹਿ ਜਾਂਦੀ, ਮਨੁੱਖ ਮਰ ਜਾਂਦਾ ਹੈ। ਆਪਾਂ ਕਹਿੰਦੇ ਦਾ ਪੇਟ ਫੁੱਲ ਗਿਆ, ਔਰ ਉਹ ਵੱਖਰੀ ਹਵਾ ਹੈ। ਇਸ ਤਰ੍ਹਾਂ ਕਰਕੇ ਵਿਦਵਾਨਾਂ ਨੇ 49 ਪ੍ਰਕਾਰ ਦੀ ਪੌਣ ਲਿਖੀ ਹੋਈ ਹੈ। ਇਹ ਬਹੁਤ ਪ੍ਰਕਾਰ ਨਾਲ ਸਾਡੇ ਸਰੀਰ ਵਿੱਚ ਕੰਮ ਕਰਦੀ ਹੈ। ਮੋਟਾ ਜਿਹਾ ਇਹ ਅੰਦਾਜ਼ਾ ਮੋਟੇ ਜਿਹੇ ਰੂਪ 'ਚ। ਔਰ ਇਹਨਾਂ 9 ਦੁਆਰੇ ਜਿਹੜੇ ਚੱਲ ਰਹੇ ਆ ਨਾ, 9ਵੇਂ ਦੇ 9ਵੇਂ ਹੀ ਹਵਾ ਦੇ ਨਾਲ ਹੀ ਚੱਲ ਰਹੇ ਨੇ। ਹਵਾ ਨਾਲ ਹੀ, ਹਵਾ ਦੇ ਨਾਲ ਹੀ ਹਿੱਲ ਰਹੇ ਨੇ, ਜੁਲ ਰਹੇ ਨੇ, ਚੱਲ ਰਹੇ ਨੇ। ਔਰ ਭਾਈ ਗੁਰਦਾਸ ਸਾਹਿਬ ਕਹਿੰਦੇ ਦਾਤਾ ਇਹ ਪਵਨ ਇਹਨਾਂ ਨੂੰ ਉਡਾਉਂਦੀ ਨਹੀਂ, ਤੇ ਪਵਨ ਆਪਣਾ ਇਹਨਾਂ ਤੇ ਰੋਬ ਵੀ ਨਹੀਂ ਪਾ ਸਕਦੀ ਕਿ ਮੇਰੇ ਕਰਕੇ ਤੂੰ ਚੱਲਣਾ, ਮੈਂ ਰੋਗੀ ਤੇ ਦੇਖ ਲਾ। ਫਿਰ ਇਹ ਪ੍ਰਭੂ ਦੇ ਭੈ ਵਿੱਚ ਹੈ, ਡਰ ਵਿੱਚ ਹੈ। ਪ੍ਰਭੂ ਨੇ ਕਿਹਾ ਚੱਲਣਾ ਹੈ ਤੇ ਇਹਨੇ ਚੱਲਣਾ, ਤੁਰਨਾ। ਜਿੱਦਣ ਪ੍ਰਭੂ ਨੇ ਰੋਕਤੇ ਸਵਾਸ, ਉਹ ਦਿਨ ਸਾਰੀ ਰੁਕ ਜਾਵੇਗੀ, ਖਤਮ ਹੋ ਜਾਵੇਗੀ। ਭੈ ਵਿੱਚ ਸੂਰਜ ਚੰਦ ਚੱਲ ਆਇਆ। ਚੰਦਰਮਾ ਵੀ ਭੈ ਵਿੱਚ ਹੈ, ਸੂਰਜ ਵੀ ਭੈ ਵਿੱਚ ਹੈ। ਔਰ ਜਿੰਨਾ ਸਮਾਂ ਪ੍ਰਭੂ ਨੇ ਕਿਹਾ ਉਦੋਂ ਉਦੇ ਹੋਵੇਗਾ, ਤੇ ਜਿੰਨਾ ਇਹਦਾ ਮੁਕਰਰ ਕੀਤਾ ਉਹਨੇ ਸਮੇਂ 'ਚ ਇਹਨੇ ਅਸਤ ਹੋ ਜਾਣਾ। ਇਹਦੀ ਮਰਜ਼ੀ ਨਹੀਂ ਬਈ ਕਹੇ ਬਈ ਅੱਜ ਮੈਂ ਚੰਗਾ, ਥੋੜ੍ਹਾ ਜਿਹੀ ਮੇਰੀ ਥਕਾਵਟ ਲੱਥੀ ਹੋਈ ਆ ਤੇ ਕੋਈ ਨਹੀਂ, ਅੱਜ ਫਿਰ ਮੈਂ 24 ਘੰਟੇ ਹੀ ਤੁਹਾਨੂੰ ਦਰਸ਼ਨ ਦੇਵਾਂਗਾ। ਕਦੇ ਨਹੀਂ। ਨਾ ਚੰਦਰਮਾ ਇਹ ਗੱਲ ਕਹਿ ਸਕਦਾ, ਉਹਦਾ ਵੀ ਸਮਾਂ, ਉਹਦਾ ਸਮਾਂ ਉਹ 15 ਦਿਨ ਉਦੇ ਹੁੰਦਾ, 15 ਦਿਨ ਅਸਤ ਹੋ ਜਾਂਦਾ। ਤੇ ਉਹਨੂੰ ਕਹੋ ਖਾਂ ਬਈ ਤੂੰ ਇੱਥੇ 18 ਦਿਨ ਐਗਤੀ ਜਿਹੜਾ ਦਰਸ਼ਨ ਦੇ ਜਾ, ਨਹੀਂ ਦੇ ਸਕਦਾ। ਔਰ ਤਾਰੇ ਜਿਹੜੇ ਨੇ ਉਹ ਵੀ ਭੈ ਵਿੱਚ ਨੇ। ਜਿੰਨਾ ਸਮਾਂ ਮੁਕਰਰ ਉਹਨਾਂ ਸਮਾਂ ਹੀ ਉਦੇ ਹੋਣਗੇ। ਸੂਰਜ ਉਦੇ ਹੋਣ ਨਾਲ
वो दिखाई नहीं देंगे, रोशनी मध्यम पै जाएगी, मिट जाएगी। और भाई गुरदास साहब कहते वैगुरू ये तेरे भै विच ने प्रभु दे। फिर जिहदे भै विच सूरज है, जिहदे भै विच चंद है, जिहदे भै विच पवन है, हवा है, जिहदे भै विच पानी आ, जिहदे भै विच अग है, जिहदे भै विच सारे दरिया चलदे ने, फिर असीं उस परमात्मा दा क्यों नहीं पूजन करदे, उहदा नाम क्यों नहीं जपदे। जेड़ा देवता और ग्रह आप डर विच है, वो सानू निरभौ कदों करेगा बई, वो साडा डर कदों दूर करेगा। इस करके परमात्मा नू जपीए, ये सारे कुछ नहीं विगाड़ सकते, क्योंकि रब दे भै विच ने, परमात्मा दे भै विच ने। परमात्मा नू जदों जपन लग पए, ये फिर साडा कुछ नहीं विगाड़नगे। पहला पंगा ना ले लेना बई असी नाम तो जपन नहीं लगे, जीवन तो साडा बनया नहीं। कई पहला ही मैं वेख्या बहुत कुछ बोलते ने, जे असी किसी का सत्कार नहीं ना करना तो सानू ये किसी ने लिख के नहीं दिता बई उन्होंने असी गालां कड्ढन लग जाइए, क्यों कढ़ीए, मूँह गंदा होवेगा। ये सिख का काम नहीं कि किसी का तिरस्कार करना, किसी की बेपती करनी नहीं, ऐसा नहीं करना। असी गुरु वल नूं चलना है, नाम जपना है, शुभ कर्म करना है। जो चंगे बन के चलांगे ना, मंगर वहीरा कत के अपने आप ही मिल जाएंगे, मनुख भी मिलणगे, दैंत भी मिलणगे, देवते भी ताड़ा पानी भरनगे, जिन्होंने भूतां प्रेतां कहने भी हथ बन के खलो जाणगे। बई साडा भी मुक्ति का कारण दसो, सानू भी तुहाडे जपण वालियां कोल आके सकून मिलता है। असी तपदे फिरदे हैं, मचदे फिरदे हैं, साडे ते भी किरपा करो, इस जोनी चो खड़ा छडावो। और भाई साहब कहते ने बई ये सब को परमात्मा दे भै विच है, डर विच है, ते निरभौ तो जेड़ा डर तो रह ते परमात्मा। इस करके महाराज ने बाणी अंदर कहा, ना किसी नूं डर ते ना डरा, ना किसी तो डर, पै काहू को देत नह, नह भै मानत आन, ना दूजे दा भै मन। ते ये भौ मिटे किवें, जेड़ा संसार दा बनया है। महाराज कहते निरभौ जपै सगल भौ मिटै, प्रभ कृपा ते प्राणी छुटै। जिहदे भौ विच ये सारे डर विच है ना, जीव उन्हूं जपे, निरभौ नूं। जो महाराज कहते हैं ना निरभौ, ते जदों निरभौ हो गया तो निर्वैर आपे ही हो जावेगा। ये गुण ने परमात्मा दे। निरभौ आप निरंजन राया, जिहड़ा निरंजन और पदार्थां दी और विकारां दी, विचारां दी ते संसार दी माया दी और कालश तो निरंजन और रहत है, वो परिपूर्ण परमात्मा निरभौ आ, उन्हों डर किसी का नहीं। और सारियां नूं उसदा डर है, उन्हों किसी का डर नहीं। भाई साहब कहते लख आसमान ऊंचाए न चढ़, उच्चा हुए न अंबड़ सकै। भाई गुरदास साहब कहते कोई लखां आसमानां ते चढ़े। विद्वान कहते आ जिहड़ा तारका मंडल तारे आपां नूं दिसदे आ ना आसमान, ते जदों इहदे ते साइंसदान जांदे ने, विद्वान जांदे ने, वो उपरों गीटे लैके आउंदे ने, पत्थर ने उपर, वो इन्हां तारे मंडल तो उपर चले जाते ने, इन्हां तो उपर। तो वो कहते उदों उपर भी तां कुछ दीदा, उदों उपर फिर जिवें आपां नूं आ दीदे आ ना, ऐओं उपर उन्हां नूं दीदा। ਇਹਦਾ मतलब भी ਉਹਨਾਂ ਦੇ ਉੱਪਰ भी ਇਹ ਤਾਂ ਹੀ महाराज ने कहा ਉੱਥੇ ਜਾਵੋਗੇ ਤੇ ਅੱਗੇ ਕੋਈ ਦਿਸੇਗਾ। ਤਾਂ ਹੀ गुरु नानक साहब महाराज ने कहा सी बई पातालां पाताल लख आगासां आगास, आगास भी पता नहीं किन्ने को अगे तो अगे ने, पाताल भी पता नहीं किन्ने अगे तो अगे ने। कहन लगे परमात्मा नूं कोई जाने, कोई आदमी एक आकाश ते जाके कहे मैं बहुत उच्चा चला गया है, कहते ऊपर नो नज़र उठा, तेरे ऊपर फिर आसमान है। परमात्मा वो आ
ਜਿਹੜਾ ਬੇਅੰਤ ਅਸਮਾਨਾਂ ਨੂੰ ਬਣਾਉਣ ਵਾਲਾ ਹੈ, ਬਾਕੀ ਸਭ ਥੱਲੇ ਆ, ਸਾਰਿਆਂ ਤੋਂ ਉੱਚਾ ਉਹ ਆ। ਮਹਾਰਾਜ ਨੇ ਕਿਹਾ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਮਹਾਰਾਜ ਨੇ ਇਹ ਵੀ ਬਚਨ ਕਹੇ ਊਚ ਅਪਾਰ ਬੇਅੰਤ ਸੁਆਮੀ, ਕੌਣ ਜਾਣੇ ਗੁਣ ਤੇਰੇ, ਤੂੰ ਬਹੁਤ ਉੱਚਾ, ਤੇਰੇ ਬਰਾਬਰ ਦਾ ਕੋਈ ਨਹੀਂ। ਔਰ ਮਹਾਰਾਜ ਕਹਿੰਦੇ ਨੇ ਬਈ ਉਹ ਅਸਮਾਨ ਤੇ ਚੜ ਕੇ ਕੋਈ ਉਚਾਈ ਤੇ ਜਾ ਕੇ ਕਹੇ ਮੈਂ ਉੱਚਾ, ਕਹਿੰਦੇ ਨਹੀਂ ਮਹਾਰਾਜ ਤੂੰ ਐਡਾ ਵੱਡਾ ਹੈ, ਤੇਰੇ ਤੱਕ ਕੋਈ ਅੱਪੜ ਨਹੀਂ ਸਕਦਾ। ਉੱਚੀ ਹੂੰ ਉੱਚਾ ਘਣਾ, ਔਰ ਉੱਚੇ ਨਾਲੋਂ ਵੀ ਉੱਚਾ ਘਣਾ ਬਹੁਤਾ ਜ਼ਿਆਦਾ ਵੱਡਾ ਹੈ। ਕੋਈ ਕਹੇ ਬਈ ਮੈਂ ਉਚਾਈ ਤੇ ਆ, ਤੂੰ ਉਸ ਉਚਾਈ ਨੂੰ ਵੀ ਉੱਚਾ ਹੈ। ਥਾਉ ਗਿਰਾਓ ਨਾ ਨਾਉ ਅਥਕੈ, ਮਹਾਰਾਜ ਨਾ ਤੇਰੀ ਕੋਈ ਜਗ੍ਹਾ ਬਈ ਫਲਾਣੇ ਅਸਮਾਨ ਤੇ ਵਸਦਾ, ਤੇ ਨਾ ਗਿਰਾਓ, ਨਾ ਤੇਰਾ ਕੋਈ ਪਿੰਡ ਪੀੜ ਬਈ ਫਲਾਣੇ ਪਿੰਡ 'ਚ ਚੱਲ ਜਾਓ ਰੱਬ ਮਿਲ ਜਾਵੇਗਾ, ਐਡਰੈਸ ਦੇ ਦਈਏ। ਕਹਿੰਦੇ ਮਹਾਰਾਜ ਨਾ ਹੀ ਕੋਈ ਨਾਉ ਇਹ ਕਹਿ ਦਈਏ ਬਈ ਤੇਰਾ ਇੱਕੋ ਨਾਉ ਆ, ਨਹੀਂ ਪਰਮਾਤਮਾ ਦੇ ਬੇਅੰਤ ਨਾਮ ਨੇ, ਉਹ ਆਪ ਬੇਅੰਤ ਉਹਦੇ ਬੇਅੰਤ ਨਾਮ ਨੇ। ਜਿੰਨੀਆਂ ਭਾਸ਼ਾਵਾਂ ਲੋਕ ਲੋਕਾਈ ਵਿੱਚ ਜਾਣਦੇ ਆ ਨਾ, ਉਨੀਆਂ ਭਾਸ਼ਾਵਾਂ 'ਚ ਉਨੇ ਦੇਸ਼ਾਂ 'ਚ ਵੱਖਰੇ ਵੱਖਰੇ ਨਾਮ ਨਾਲ ਉਹਨੂੰ ਜਪਦੇ ਆਰਾਧਦੇ ਨੇ ਔਰ ਉਹਨੂੰ ਜਪਦੇ ਨੇ। ਮਹਾਰਾਜ ਸਾਰੇ ਅਥਕ ਹੈ ਔਰ ਹਾਰ ਹੰਬ ਗਏ ਨੇ। ਮਹਾਰਾਜ ਤੂੰ ਏਡਾ ਵੱਡਾ ਹੈ, ਤੂੰ ਇੰਨਾ ਸਾਰੇ ਨਾਮ ਸਾਰੇ ਥਾਮ ਬਣਾ ਕੇ ਨਾ ਮਾਲਕ ਤੂੰ ਸਾਰਿਆਂ ਦੇ ਵਿੱਚ ਰਮਿਆ ਹੋਇਆ ਤੇ ਚੱਕਰ ਲਾਉਂਦਾ ਹੋਇਆ ਥੱਕਦਾ ਨਹੀਂ। ਅਥੱਕ ਹੈ, ਥੱਕਣ ਤੋਂ ਰਹਿ ਤੇ ਮਨੁੱਖ ਥੋੜਾ ਜਿਹਾ ਚੱਲੇ ਕਹਿੰਦਾ ਮੈਂ ਥੱਕ ਗਿਆ, ਤੂੰ ਅਨਥੱਕ ਲੱਖ ਪਤਾਲ ਨੀਵਾਨ ਜਾਏ। ਜੇ ਨੀਵਾਨ ਨੂੰ ਚਲੇ ਜਾਈਏ ਹੇਠਲੇ ਪਤਾਲ ਨੂੰ 1 2 3 ਕਹਿੰਦੇ ਲੱਖਾਂ ਪਤਾਲਾਂ ਵਿੱਚ ਚਲਾ ਜਾ, ਰੱਬ ਦੀ ਗਹਿਰਾਈ ਨੂੰ ਫੇਰ ਵੀ ਨਹੀਂ ਮਾਪ ਸਕੇਗਾ ਕਿ ਰੱਬ ਨੇ ਕਿੰਨੀ ਕੁ ਗਹਿਰਾਈ ਬਣਾਈ, ਕਿੰਨੇ ਕੁ ਪਤਾਲ ਬਣਾਏ। ਤੂੰ ਤਾਂ ਉਹਨਾਂ ਨੂੰ ਨਹੀਂ ਮਾਪ ਸਕਣਾ, ਰੱਬ ਦੀ ਗਹਿਰਾਈ ਨੂੰ, ਬ੍ਰਹਮ ਦੀ ਗਹਿਰਾਈ ਨੂੰ ਕਿੱਥੋਂ ਮਾਪ ਸਕੇਗਾ। ਔਰ ਨੀਵਾ ਹੋਏ ਨਾ ਨੀਵੇਂ ਤੱਕੈ, ਕਹਿੰਦੇ ਇਹਨਾਂ ਗਹਿਰਾਈ ਵਿੱਚ ਪਰਮਾਤਮਾ ਹੈ, ਤੂੰ ਜਿੰਨਾ ਮਰਜ਼ੀ ਨੀਵਾਂ ਹੋ ਕੇ ਚੱਕ ਲੈ ਉਦੋਂ ਵੀ ਨੀਵਾਂ ਹੈ, ਉਦੋਂ ਵੀ ਗਹਿਰਾ, ਉਦੋਂ ਵੀ ਗਹਿਰੇ ਤਲ ਦੇ ਵਿੱਚ ਪਰਮਾਤਮਾ। ਪੂਰਬ ਪੱਛਮ ਉਤਰਾਦ ਦੱਖਣ, ਕਹਿੰਦੇ ਚਾਰੂ ਦਿਸ਼ਾਵਾਂ ਵਿੱਚ ਪੂਰਬ ਪੱਛਮ ਉੱਤਰ ਦੱਖਣ ਔਰ ਇਹਨਾਂ ਅੰਦਰ ਔਰ ਫੇਰ ਚੌ ਫੇਰ ਨਾ ਢੱਕੈ, ਕਹਿੰਦੇ ਕੋਈ ਵੀ ਐਸੀ ਦਿਸ਼ਾ ਨਹੀਂ ਚਾਰਾਂ ਵਿੱਚੋਂ ਕਿ ਪਰਮਾਤਮਾ ਤੇ ਪਰਦਾ ਪਾ ਕੇ ਉਹਨੂੰ ਢੱਕ ਲਵੇ ਔਰ ਉਹਨੂੰ ਲੁਕਾ ਲਵੇ। ਕਿਸੇ ਦਿਸ਼ਾ ਵਿੱਚ ਇੰਨੀ ਤਾਕਤ ਨਹੀਂ। ਉੜਕ ਮੂਲ ਨਾ ਲੱਭਾਈ ਉਪਤ ਪਰਲੋ ਅੱਖ ਫੁਰਕੈ, ਔਰ ਪਰਮਾਤਮਾ ਦਾ ਉੜਕ ਆਦ ਅੰਤ ਔਰ ਕੁਝ ਵੀ ਨਹੀਂ ਲੱਭਦਾ। ਕਿੱਥੋਂ ਸ਼ੁਰੂਆਤ ਹੋਈ ਅੰਤ ਕਦੋਂ ਹੋਵੇਗਾ ਕੋਈ ਪਤਾ ਨਹੀਂ। ਉਹ ਪਤਾ ਉਹ ਜਿਹੜੀ ਹੈ ਉਤਪਤੀ ਕਰਦਾ ਹੈ ਤੇ ਪਰਲੋ ਵਿਨਾਸ਼ ਕਰਦਾ ਹੈ, ਸੰਸਾਰ ਦਾ ਖਾਤਮਾ ਕਰਦਾ ਹੈ। ਤੇ ਕਿੰਨੇ ਸਮੇਂ ਵਿੱਚ ਅੱਖ ਫਰਕ ਹੈ, ਅੱਖ ਝਮਕਣ ਜਿੰਨੇ ਸਮੇਂ ਵਿੱਚ ਸੰਸਾਰ ਵਿੱਚ ਪਤਾ ਨਹੀਂ ਕਿੰਨੇ ਚੱਲਦੇ ਫਿਰਦੇ ਲਾਸ਼ਾਂ ਵਿੱਚ ਬਦਲ ਜਾਂਦੇ ਨੇ। ਅੱਖ ਝਮਕਣ ਜਿੰਨੇ ਸਮੇਂ ਵਿੱਚ ਪਤਾ ਨਹੀਂ ਕਿੰਨੇ ਬੱਚੇ ਜਨਮ ਲੈ ਰਹੇ, ਮਿੰਟਾਂ ਸਕਿੰਟਾਂ ਦੇ ਵਿੱਚ ਹੀ। ਫੁੱਲਾਂ ਅੰਦਰ ਵਾਸ ਮਹਿਕੈ, ਕਹਿਣ ਲੱਗੇ ਐਉਂ ਤੂੰ ਰਮਿਆ ਹੋਇਆ ਸਾਰੀਆਂ ਜਗ੍ਹਾਵਾਂ ਤੇ। ਵਾਹਿਗੁਰੂ ਜੀ ਜਿਵੇਂ ਫੁੱਲਾਂ ਦੇ ਅੰਦਰ ਨਾ ਵਾਸ ਸੁਗੰਧੀ ਮਹਿਕਦੀ ਆ ਨਾ, ਐਉਂ ਤੂੰ ਹਰ ਹਿਰਦੇ ਅੰਦਰ, ਹਰ ਜਗ੍ਹਾ ਅੰਦਰ, ਹਰ ਫੁੱਲ ਅੰਦਰ, ਹਰ ਰਗੁਰੇਸ਼ੇ ਅੰਦਰ, ਹਰ ਕਤਰੇ ਅੰਦਰ, ਹਰ ਜ਼ਰਰੇ ਦੇ ਅੰਦਰ ਐਉਂ ਸਮਾਇਆ ਹੋਇਆ, ਮਿਲਿਆ ਹੋਇਆ, ਤੇਰੇ ਬਗੈਰ ਕੋਈ ਨਹੀਂ। ਇਹ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਸਾਡੇ ਤੇ ਮਿਹਰਬਾਨੀ ਕਰਦਿਆਂ ਹੋਇਆਂ ਸਾਨੂੰ ਸੂਝ-ਬੂਝ ਬਖਸ਼ਿਸ਼ ਕੀਤੀ ਹੈ। ਭਾਈ ਗੁਰਦਾਸ ਸਾਹਿਬ ਜੀ ਨੇ 18ਵੀਂ ਵਾਰ ਦੇ ਦੁਆਰਾ ਕਿਰਪਾ ਕਰਨ ਸਾਨੂੰ ਮਾਜਰਾ ਸਮਝ ਆ ਜਾਵੇ। ਭਾਈ ਸਾਹਿਬ ਨੇ ਦਰਸਾਇਆ ਕਿ ਭਾਈ ਅਸੀਂ ਐਵੇਂ ਕਦੇ ਕਿਸੇ ਨੂੰ ਮੰਨਦੇ ਫਿਰਦੇ, ਕਦੇ ਰੁੱਖ ਨੂੰ, ਕਦੇ ਬਿਰਖ ਨੂੰ, ਕਦੇ ਕਬਰ ਨੂੰ, ਕਦੇ ਕਿਸੇ ਦਰਿਆ ਨੂੰ, ਕਦੇ ਸੂਰਜ ਨੂੰ, ਕਦੇ ਚੰਦਰ ਦੇਵ ਨੂੰ। ਕਹਿੰਦੇ ਸਾਰੇ ਰੱਬ ਦੇ ਬਣਾਏ ਤੇ ਰੱਬ ਦੇ ਡਰ ਵਿੱਚ ਨੇ।
ਤੁਸੀਂ ਉਹਨੂੰ ਮੰਨੋ ਜਿਹਦੇ ਹੁਕਮ ਵਿੱਚ ਇਹ ਨੇ, ਤੁਸੀਂ ਉਹਦੇ ਨਾਲ ਜੁੜ ਜਾਓ। ਇਹ ਤੁਹਾਡੇ ਅੱਗੇ ਹੱਥ ਬੰਨ੍ਹ ਕੇ ਖੜੇ ਹੋਣਗੇ ਤਾਂ ਜਦੋਂ ਅਸੀਂ ਜਪਿਆ, ਜਦੋਂ ਅੰਦਰੋਂ ਸੱਚੀ ਮੁੱਚੀ ਰੱਬ ਦੇ ਨਾਲ ਜੁੜ ਗਏ, ਪਰਮਾਤਮਾ ਦੇ ਨਾਲ ਜੁੜ ਕੇ ਉਹਦਾ ਰੂਪ ਹੋ ਗਏ ਸਾਡੇ ਅੰਦਰ, ਉਹਦੀ ਜੋਤ ਜਗਮਗਾਉਣ ਲੱਗ ਪਈ। ਗੁਰੂ ਕਿਰਪਾ ਕਰੇ ਸਾਨੂੰ ਇਹ ਮਾਜਰਾ ਸਮਝ ਆਵੇ, ਅਸੀਂ ਸੱਚੀ ਮੁੱਚੀ ਪਰਮਾਤਮਾ ਨਾਲ ਜੁੜੀਏ, ਉਹਦੇ ਮਾਰਗ ਤੇ ਤੁਰੀਏ, ਸਾਡਾ ਆਇਆ ਹੋਇਆ ਸਫਲਾ ਹੋਵੇਗਾ। ਗੁਰੂ ਕੇ ਬਚਨ ਜਾਣ ਕੇ, ਗੁਰੂ ਕੀ ਸਾਧ ਸੰਗਤ ਨੇ ਹਿਰਦਿਆਂ ਅੰਦਰ ਵਸਾਵਣੇ, ਦਾਸ ਨੂੰ ਗੁਰੂ ਕੀ ਸੰਗਤ ਦਾ, ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਦਰ ਦਾ ਕੂਕਰ ਜਾਣ ਕੇ ਬੇਅੰਤ ਭੁੱਲਾਂ ਦੀ ਖਿਮਾ ਕਰਨੀ, ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਅਰਦਾਸ ਅੰਦਰ ਸ਼ਾਮਲ ਹੋਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੋਂ